ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਦੇ ਬਾਣੀ ਦੀ ਦੂਜੇ ਸਲੋਕ ਅਤੇ ਦੂਜੀ ਅਸ਼ਟਪਦੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨੁ ਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਤਲ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚੱਲੇ। ਜੈ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੇ ਉਦਾਰੀ। ਅਨੇਕ ਪੁਨ ਚਰਨ ਕਰਤ ਨਹੀਂ ਧਰੇ, ਹਰ ਕੋ ਨਾਮ ਕੋਟ ਪਾਪ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਨਿਕ ਮਾਇਆ ਰੰਗ ਤਿਖ ਨ ਬਜਾਵੇ, ਹਰ ਕਾ ਨਾਮ ਜਪਤ ਅਗਾਵੇ। ਜੇ ਮਾਰਗੇ ਜਾਤ ਅਕੇਲਾ, ਤੈ ਹਰ ਹਰ ਨਾਮ ਸੰਗ ਹੋਤ ਸੋਹੇਲਾ। ਐਸਾ ਨਾਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ। ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪ ਤੈ ਪਾਰ ਪਰਾਹੀ। ਅਨੇਕ ਬਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ। ਅਨੇਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ। ਹਉਮੈ ਲਾਮਨ ਕਬੂ ਨ ਤੋਵੇ, ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਜੈ ਮਾਰਗ ਕੇ ਗਨੇ ਜਾਏ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨ ਸਵਾਨੋ, ਹਰ ਕਾ ਨਾਮ ਤੇ ਨਾਲ ਪਛਾਨੋ। ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝ ਅਕਰਖੇ, ਤੈ ਨਾਨਕ ਹਰ ਹਰਿ ਅੰਮ੍ਰਿਤ ਬਰਖੇ। ਭਗਤ ਜਨਾ ਕੇ ਬਰਤਨ ਨਾਮ, ਸੰਤ ਜਨਾ ਕੇ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤਈ ਰੰਗ ਏਕੇ, ਨਾਨਕ ਜਨ ਕੇ ਬਿਰਦ ਬਿਬੇਕੇ। ਹਰ ਕਾ ਨਾਮ ਜਨ ਕਿਉ ਮੁਕਤ ਜੁਗਤ, ਹਰ ਕੇ ਨਾਮ ਜਨ ਕਿਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨ ਪੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਿਉ ਭੋਗ ਜੋਗ, ਹਰ ਨਾਮ ਜਪਤ ਕੁਛ ਨਾਹੀ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਬੂਝੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜੀਨਾ, ਹਰ ਤਾ ਜਨ ਗਿਓ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਊਠ ਸਤਾਣੀ, ਹਰ ਪ੍ਰਤਾਪ ਦਿਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸਾਂਕੇ ਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਬਸੇ, ਸੰਤ ਪ੍ਰਤਾਪ ਦੁਰਤ ਸਭ ਨਸੇ। ਸੰਤ ਕਾ ਸੰਗ ਵਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ। ਨਾਮ ਤੁਲ ਕੁਛ ਅਵਰ ਨ ਹੋਏ, ਨਾਨਕ ਗੁਰਮੁਖ ਨਾ ਪਾਵੇ ਜਨ ਕੋਏ। ਸੰਤ ਕਾ ਸੰਗ ਵਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ। ਨਾਮ ਤੁਲ ਕੁਛ ਅਵਰ ਨ ਹੋਏ, ਨਾਨਕ ਗੁਰਮੁਖ ਪਾਵੇ ਜਨ ਕੋਏ। ਇਸ ਦੂਸਰੀ ਅਸ਼ਟਪਦੀ ਦੇ ਸਲੋਕ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਹੇ ਪਾਰ ਬ੍ਰਹਮ ਪਰਮੇਸ਼ਰ, ਦੀਨਾਂ ਗਰੀਬਾਂ ਦੇ ਦੁੱਖਾਂ ਦਰਦਾਂ ਨੂੰ ਨਸ਼ਟ ਕਰਨ ਵਾਲੇ, ਹਰ ਇੱਕ ਥਾਂ ਅਤੇ ਹਰ ਇੱਕ ਦੇ ਹਿਰਦੇ ਵਿੱਚ ਨਿਵਾਸ ਕਰਨ ਵਾਲੇ ਅਨਾਥਾਂ ਦੇ ਨਾਥ ਪਰਮੇਸ਼ਰ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਅਨਾਥਾਂ ਦੇ ਨਾਥ ਪਰਮੇਸ਼ਰ, ਤੁਸੀਂ ਤੁਹਾਡੀ ਸ਼ਰਨ ਵਿੱਚ ਆਇਆਂ ਦੀ
ਲਾਜ ਰੱਖ ਕੇ ਮੈਨੂੰ ਅੰਗ ਸੰਗ ਰੱਖੋ ਜੀ। ਭਾਵ ਮੈਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਬਖਸ਼ੋ ਜੀ। ਫਿਰ ਅਸ਼ਟਦੀਆਂ ਵਿੱਚ ਗੁਰੂ ਜੀ ਦੱਸਦੇ ਹਨ, ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਰਾ ਜੀਵਨ ਦੇ ਅੰਤ ਦੇ ਵੇਲੇ ਸਾਡੇ ਨਾਲ ਨਹੀਂ ਜਾ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਪਰਮੇਸ਼ਰ ਦਾ ਗੁਰਸ਼ਬਦ ਨਾਮ ਉੱਥੇ ਤੇਰੇ ਨਾਲ ਸਹਾਈ ਹੋਵੇਗਾ ਜੀ। ਜਿੱਥੇ ਮਹਾਨ ਭਿਆਨਕ ਜਮਦੂਤਾਂ ਦੇ ਦਲ ਹਨ ਜੀ, ਉੱਥੇ ਕੇਵਲ ਪਰਮੇਸ਼ਰ ਦਾ ਨਾਮ ਤੇਰੇ ਨਾਲ ਜਾਣਾ ਹੈ ਜੀ। ਜਿੱਥੇ ਬਹੁਤ ਭਾਰੀ ਮੁਸ਼ਕਲ ਆ ਬਣੇ, ਉੱਥੇ ਪਰਮੇਸ਼ਰ ਹਰ ਦਾ ਨਾਮ ਛਿਣ ਭਰ ਵਿੱਚ ਬਚਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਾਪਾਂ ਲਈ ਅਨੇਕਾਂ ਤਰ੍ਹਾਂ ਦੇ ਪਛਤਾਵੇ ਅਥਵਾ ਪਾਪ ਕਰਨ ਨਾਲ ਮਨੁੱਖ ਕਦੀ ਵੀ ਨਹੀਂ ਡਰਦਾ ਜੀ, ਭਾਵੇਂ ਜਿੰਨੇ ਮਰਜ਼ੀ ਪਛਤਾਵੇ ਕਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੁਆਰਾ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਗੁਰੂ ਦੀ ਸਿੱਖਿਆ ਦੁਆਰਾ ਗੁਰਸ਼ਬਦ ਨਾਮ ਨੂੰ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹਾ ਕਰਨ ਨਾਲ ਬਹੁਤ ਕਨੇਰੇ ਅਧਿਕ ਸੁੱਖ ਪ੍ਰਾਪਤ ਹੋਣਗੇ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰੀ ਸ੍ਰਿਸ਼ਟੀ ਦਾ ਰਾਜਾ ਹੋਣ ਦੇ ਬਾਵਜੂਦ ਵੀ ਮਨੁੱਖ ਦੁਖੀ ਹੈ ਜੀ। ਭਾਵ ਇਸ ਕੋ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਸੁਖੀ ਨਹੀਂ ਹੈ ਜੀ, ਦੁਖੀ ਹੈ ਜੀ। ਪਰ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਜਪ ਕੇ ਉਹ ਸੁਖੀ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਲੱਖਾਂ ਕਰੋੜਾਂ ਰੁਪਏ ਧਨ ਕਮਾ ਚੁੱਕਣ ਦੇ ਬਾਅਦ ਵੀ ਮਨੁੱਖ ਦੀ ਮਾਇਆ ਦੀ ਤ੍ਰਿਸ਼ਨਾ ਲਾਲਸਾ ਖਤਮ ਨਹੀਂ ਹੁੰਦੀ ਜੀ। ਪਰ ਪਰਮੇਸ਼ਰ ਦਾ ਗੁਰਸ਼ਬਦ ਨਾਮ ਜਪਣ ਨਾਲ ਉਸ ਦਾ ਨਿਸਤਾਰਾ ਹੋ ਜਾਂਦਾ ਹੈ ਜੀ। ਭਾਵ ਉਸ ਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਜੀ। ਮਾਇਆ ਦੇ ਅਨੇਕ ਰੰਗਾਂ ਮੌਜਾਂ ਨਾਲ ਤ੍ਰਿਸ਼ਨਾ ਨਹੀਂ ਬੁਝਦੀ ਜੀ। ਪਰ ਪਰਮੇਸ਼ਰ ਦੇ ਗੁਰਸ਼ਬਦ ਨਾਮ ਜਪਣ ਨਾਲ ਮਨੁੱਖ ਰੱਜ ਜਾਂਦਾ ਹੈ ਜੀ। ਭਾਵ ਤ੍ਰਿਪਤੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅੰਤ ਕਾਲ ਵੇਲੇ ਜਿਸ ਮਾਰਗ ਉੱਤੇ ਇਹ ਮਨੁੱਖ ਜੀਵ ਇਕੱਲਾ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉੱਥੇ ਪਰਮੇਸ਼ਰ ਦਾ ਗੁਰਸ਼ਬਦ ਨਾਮ ਉਸਨੂੰ ਸੁੱਖ ਦੇਵੇਗਾ ਜੀ, ਕੋਈ ਹੋਰ ਨਹੀਂ। ਅਤੇ ਨਾਮ ਹੀ ਉਸਦੇ ਨਾਲ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਨ, ਅਜਿਹਾ ਗੁਰਸ਼ਬਦ ਨਾਮ ਸਦਾ ਧਿਆਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੀ ਸਿੱਖਿਆ ਗੁਰਸ਼ਬਦ ਨਾਮ ਦੁਆਰਾ ਪਰਮਗਤ ਭਾਵ ਪਰਮ ਅਵਸਥਾ ਪ੍ਰਾਪਤ ਪਾ ਲੈਂਦੀ ਹੈ ਜੀ। ਭਾਵ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿੱਥੇ ਲੱਖਾਂ ਕਰੋੜਾਂ ਬਾਵਾਂ ਵਾਲੇ ਸੰਬੰਧੀਆਂ ਦੇ ਸਹਾਇਤਾ ਦੇ ਹੱਥ ਹੋਣ, ਸੰਬੰਧੀ ਪਰਿਵਾਰ ਸਹਾਇਤਾ ਕਰਨ ਆਉਣ, ਪਰ ਉਸ ਦੇ ਬਾਵਜੂਦ ਵੀ ਇਹ ਮਨੁੱਖ ਖਲਾਸ ਨਹੀਂ ਹੋ ਸਕਦਾ ਜੀ। ਪਰ ਉੱਥੇ ਪਰਮੇਸ਼ਰ ਦਾ ਗੁਰਸ਼ਬਦ ਨਾਮ ਜਪਣ ਨਾਲ ਪਾਰ ਲੰਘ ਜਾਂਦਾ ਹੈ ਜੀ, ਕਿਉਂਕਿ ਹੋਰ ਤੇ ਕਿਸੇ ਨੇ ਹੈਲਪ ਨਹੀਂ ਕਰਨ ਆਉਣੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿੱਥੇ ਅਨੇਕ ਰੁਕਾਵਟਾਂ ਆ ਕੇ ਨੁਕਸਾਨ ਪਹੁੰਚਾਉਂਦੀਆਂ ਹਨ ਜੀ, ਅਤੇ ਮਨੁੱਖ ਅਨੇਕਾਂ ਜੂਨਾਂ ਵਿੱਚ ਜੰਮਦਾ ਮਰਦਾ ਅਤੇ ਫਿਰ ਜੰਮਦਾ ਹੈ ਜੀ। ਭਾਵ ਆਵਾਗਮਨ ਦੇ ਚੱਕਰ ਚੱਲ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਪਰਮੇਸ਼ਰ ਦਾ
ਗੁਰਸ਼ਬਦ ਨਾਮ ਜਪਣ ਨਾਲ ਸਥਿਰਤਾ ਪ੍ਰਾਪਤ ਕਰਦਾ ਹੈ ਜੀ। ਫਿਰ ਹਉਮੈ ਕਰਕੇ ਮੈਲਾ ਹੋਇਆ ਜੀ ਵਿਅਕਤੀ ਮੈਲ ਨੂੰ ਕਦੇ ਨਹੀਂ ਧੋਂਦਾ ਜੀ। ਭਾਵ ਉਹਦੇ ਮਨ ਤਨ ਦੀ ਮੈਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਧੁੱਪ ਜਾਂਦੀ ਹੈ ਜੀ। ਪਰ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਕਰੋੜਾਂ ਪਾਪਾਂ ਨੂੰ ਦੂਰ ਕਰ ਦਿੰਦਾ ਹੈ ਜੀ ਅਤੇ ਸਾਡੇ ਮਨ ਤਨ ਦੀ ਮੈਲ ਦੂਰ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਨ ਅਜਿਹਾ ਗੁਰਸ਼ਬਦ ਨਾਮ ਪ੍ਰੇਮ ਪੂਰਵਕ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਨਾਮ ਗੁਰਬਾਣੀ ਅਤੇ ਸਾਧ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵਨ ਦੇ ਜਿਸ ਮਾਰਗ ਤੇ ਕੋ ਭਾਵ ਰਸਤਾ ਕੋ ਪਹਿਲਾਂ ਹੁੰਦੇ ਸਾਨੂੰ ਅੱਜ ਕੱਲ੍ਹ ਮੀਲ ਹੁੰਦੇ ਨੇ ਜੀ। ਗੁਰੂ ਜੀ ਕਹਿੰਦੇ ਹਨ, ਉਹ ਰਸਤਾ ਦੇ ਮੀਲ ਗਿਣੇ ਨਹੀਂ ਜਾ ਸਕਦੇ ਜੀ। ਭਾਵ ਅਤਿਅੰਤ ਔਖਾ ਲੰਬਾ ਮਾਰਗ ਹੈ ਜੀ। ਉੱਥੇ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਤੇਰੇ ਲਈ ਸਫ਼ਰ ਖਰਚ ਦੀ ਭੂਮਿਕਾ ਨਿਭਾਉਂਦਾ ਹੈ ਜੀ। ਭਾਵ ਸਿਰਫ ਨਾਮ ਹੀ ਤੇਰੇ ਨਾਲ ਜਾਣਾ ਹੈ ਜੀ। ਜਿੰਨਾ ਲੰਬਾ ਵੀ ਰਸਤਾ ਹੈ, ਸਿਰਫ ਨਾਮ ਤੇਰੇ ਨਾਲ ਜਾਣਾ ਹੈ ਜੀ। ਅਤੇ ਜਿਸ ਤਰ੍ਹਾਂ ਜਦੋਂ ਅਸੀਂ ਕਿਤੇ ਜਾਈਏ ਨਾਲ ਰੋਟੀ ਪਾਣੀ ਲਈਦਾ ਹੈ ਜੀ ਕਿ ਰਸਤੇ 'ਚ ਚਾਹੀਦਾ ਹੋਵੇ, ਉਸੇ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਤੇਰਾ ਰੋਟੀ ਪਾਣੀ 'ਤੇ ਖਰਚ ਹੈ ਜੀ ਅਤੇ ਇਹੀ ਤੇਰੇ ਕੰਮ ਆਉਣਾ ਹੈ ਜੀ ਲੰਬੇ ਰਸਤੇ ਉੱਤੇ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਸਫ਼ਰ ਵਿੱਚ ਵਿਕਾਰਾਂ ਦਾ ਕੁੱਪ ਹਨੇਰਾ ਹੁੰਦਾ ਹੈ ਜੀ, ਉੱਥੇ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਤੇਰੇ ਨਾਲ ਚਾਨਣ ਵੱਲੋਂ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਰਸਤੇ ਉੱਤੇ ਕੋਈ ਜਾਣੂ ਨਹੀਂ ਹੈ ਜੀ, ਜਾਣ ਪਛਾਣ ਵਾਲਾ ਨਹੀਂ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉੱਥੇ ਪਰਮੇਸ਼ਰ ਦਾ ਗੁਰਸ਼ਬਦ ਨਾਮ ਤੇਰੇ ਨਾਲ ਜਾਣ ਪਛਾਣ ਕਰਨ ਵਾਲਾ ਹੈ ਜੀ। ਜਿੱਥੇ ਬਹੁਤ ਭਿਆਨਕ ਤਪਸ਼ ਅਤੇ ਅਦਿਅਤ ਗਰਮੀ ਹੁੰਦੀ ਹੈ ਜੀ, ਉੱਥੇ ਵੀ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੀ ਤੇਰੇ ਉੱਤੇ ਛਾਂ ਹੋਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਜਿੱਥੇ ਮਾਇਆ ਵੀ ਤ੍ਰਿਸ਼ਨਾਵਾਂ ਤੈਨੂੰ ਆਪਣੇ ਵੱਲ ਖਿੱਚਦੀਆਂ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉੱਥੇ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਅੰਮ੍ਰਿਤ ਰੂਪ ਹੋ ਕੇ ਵਰਦਾ ਹੈ ਜੀ। ਭਾਵ ਉੱਥੇ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਅੰਮ੍ਰਿਤ ਰੂਪ ਤੈਨੂੰ ਚਖਣ ਵੱਲੋਂ ਮਿਲੇਗਾ ਜੀ ਅਤੇ ਉਸ ਦੀ ਪ੍ਰਾਪਤੀ ਹੋਏਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਭਗਤ ਜਨਾਂ ਦੀ ਨਿੱਤ ਦੀ ਵਰਤੋਂ ਵਿੱਚ ਆਉਣ ਵਾਲੀ ਚੀਜ਼ ਹੈ ਗੁਰਸ਼ਬਦ ਨਾਮ ਅਤੇ ਗੁਰਸ਼ਬਦ ਨਾਮ ਸੰਤ ਜਨਾਂ ਦੇ ਮਨ ਵਿੱਚ ਵਸਦਾ ਹੈ ਜੀ, ਗੁਰਮੁਖਾਂ ਦੇ ਮਨ ਵਿੱਚ ਵਸਦਾ ਹੈ ਜੀ ਅਤੇ ਉਹਨਾਂ ਦੀ ਓਟ ਹੈ, ਆਸਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਸ ਨਾਮ ਨਾਲ ਕਰੋੜਾਂ ਗੁਰਮੁਖ ਸੇਵਕ ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਜਿਨ੍ਹਾਂ ਸਾਧਕਾਂ ਵਿੱਚ ਨੂੰ ਮਿਲ ਪ੍ਰਾਪਤ ਹੁੰਦਾ ਹੈ ਜੀ, ਉਹ ਦਿਨ ਰਾਤ ਉਸ ਨੂੰ ਸਿਮਰਦੇ ਜਪਦੇ ਹਨ ਜੀ ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਰੂਪ ਔਸ਼ਾਦ ਨੂੰ ਗੁਰਮੁਖ ਸਾਧਕ ਹੀ ਕਮਾਉਂਦੇ ਹਨ ਜੀ, ਭਾਵ ਅਰਜਿਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਭਗਤਾਂ ਪਾਸ ਪਰਮੇਸ਼ਰ ਦਾ ਗੁਰਸ਼ਬਦ ਨਾਮ ਰੂਪ ਖਜ਼ਾਨਾ ਹੈ ਜੀ। ਜਿਨ੍ਹਾਂ ਗੁਰਮੁਖਾਂ ਨੂੰ
ਪਾਰ ਬ੍ਰਹਮ ਨੇ ਗੁਰਸ਼ਬਦ ਨਾਮ ਦਾਨ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖ ਭਗਤ ਸਾਧਕਾਂ ਦੇ ਮਨ ਅਤੇ ਤਨ ਇੱਕ ਪਰਮੇਸ਼ਰ ਦੇ ਗੁਰਸ਼ਬਦ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੇ ਹੁੰਦੇ ਹਨ ਜੀ, ਅਤੇ ਉਹਨਾਂ ਦੀ ਬਿਰਤੀ ਵਿਵੇਕ ਗਿਆਨ ਵਾਲੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਸ਼ਬਦ ਨਾਮ ਭਗਤਾਂ ਲਈ ਮਾਇਆਵੀ ਬੰਧਨਾਂ ਤੋਂ ਖਲਾਸ ਹੋਣ ਦੀ ਜੁਗਤੀ ਹੈ ਜੀ, ਅਤੇ ਪਦਾਰਥ ਭੋਗਣਾ ਤੋਂ ਤ੍ਰਿਪਤੀ ਮਿਲਦੀ ਹੈ ਜੀ। ਭਾਵ ਉਹਨਾਂ ਨੂੰ ਬੜਾ ਹੋਰ ਪਦਾਰਥ ਹੋਣ, ਹੋਰ ਪਦਾਰਥ ਹਨ, ਉਸ ਦੀ ਤ੍ਰਿਪਤੀ ਮਿਟ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਸ਼ਬਦ ਨਾਮ ਭਗਤਾਂ ਦਾ ਸੋਹਜ ਅਤੇ ਸੁੰਦਰਤਾ ਹੈ ਜੀ। ਉਹਨਾਂ ਨੂੰ ਕਦੇ ਪਰਮੇਸ਼ਰ ਹਰ ਦਾ ਨਾਮ ਜਪਦਿਆਂ ਉਹਨਾਂ ਨੂੰ ਕਦੇ ਵਿਘਨ ਨਹੀਂ ਪੈਂਦਾ ਜੀ। ਗੁਰਮੁਖ ਭਗਤ ਗੁਰਸ਼ਬਦ ਨਾਮ ਦੀ ਪ੍ਰਤਿਸ਼ਠਾ ਵਾਲੇ ਹੋ ਜਾਂਦੇ ਹਨ ਜੀ, ਅਤੇ ਪਰਮੇਸ਼ਰ ਦੇ ਗੁਰਸ਼ਬਦ ਨਾਮ ਨਾਲ ਗੁਰਮੁਖ ਭਗਤ ਸ਼ੋਭਾ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਹੀ ਉਹਨਾਂ ਲਈ ਭੋਗ ਅਤੇ ਜੋਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਨਾਮ ਨੂੰ ਜਪਣ ਨਾਲ ਕੋਈ ਵਿਯੋਗ ਜਾਂ ਉਦਾਸੀ ਨਹੀਂ ਹੁੰਦੀ ਜੀ, ਅਤੇ ਗੁਰਮੁਖ ਭਗਤ ਹਮੇਸ਼ਾ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਭਗਤ ਸਦਾ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੁਆਰਾ ਆਪਣੇ ਸਾਰੇ ਦੇਵਤਿਆਂ ਨੂੰ ਪੂਜਦੇ ਹਨ ਜੀ, ਭਾਵ ਧਾਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖ ਜਨਾਂ ਲਈ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਹੀ ਮਾਲ ਅਤੇ ਖਜ਼ਾਨਾ ਹੈ ਜੀ, ਅਤੇ ਪਰਮੇਸ਼ਰ ਹਰ ਗੁਰਸ਼ਬਦ ਨਾਮ ਰੂਪ ਧਨ ਪਰਮੇਸ਼ਰ ਨੇ ਆਪ ਬਖਸ਼ਿਆ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਜਨਾਂ ਲਈ ਪਰਮੇਸ਼ਰ ਗੁਰਸ਼ਬਦ ਨਾਮ ਹੀ ਸ਼ਕਤੀਸ਼ਾਲੀ ਓਟ ਹੈ ਜੀ। ਗੁਰਮੁਖਾਂ ਨੇ ਪਰਮੇਸ਼ਰ ਦੇ ਪ੍ਰਤਾਪ ਕਾਰਨ ਕੋਈ ਹੋਰ ਦੀ ਓਟ ਨਹੀਂ ਰੱਖੀ ਜੀ, ਕਿਸੇ ਹੋਰ ਦਾ ਓਟ ਆਸਰਾ ਨਹੀਂ ਲਿਆ ਜੀ। ਉਹਨਾਂ ਗੁਰਮੁਖ ਭਗਤ ਸਾਧਕਾਂ ਨੇ ਨਾਮ ਦੇ ਪ੍ਰੇਮ ਰਸ ਵਿੱਚ ਪੂਰੀ ਤਰ੍ਹਾਂ ਉਹ ਰਤੇ ਜਾਂਦੇ ਹਨ ਜੀ। ਉਹ ਨਾਮ ਦੇ ਰਸ ਵਿੱਚ ਮਸਤ ਅਫਰ ਅਵਸਥਾ ਵਿੱਚ ਸਮਾਧੀ ਲਗਾਈ ਰੱਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਠੇ ਪੈਰ ਗੁਰਮੁਖ ਭਗਤ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਜਾਪ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਗੁਰਮੁਖ ਭਗਤ ਸੰਸਾਰ ਵਿੱਚ ਜੋ ਨਾਮ ਜਪਦੇ ਹਨ ਜੀ, ਉਹ ਲੁਕਿਆ ਨਹੀਂ ਲੁਕਦੇ ਜੀ, ਉਹ ਪ੍ਰਗਟ ਹੋ ਜਾਂਦੇ ਹਨ ਜੀ, ਭਾਵ ਉਹਨਾਂ ਦਾ ਹੋਰਨਾਂ ਨੂੰ ਪਤਾ ਲੱਗ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਬਹੁਤ ਲੋਕਾਂ ਨੂੰ, ਭਗਤ ਜਨਾਂ ਨੂੰ ਮਾਇਆਵੀ ਬੰਧਨਾਂ ਤੋਂ ਖਲਾਸ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਪਰਮੇਸ਼ਰ ਹਰ ਜਨਾਂ ਦੀ ਗੁਰਮੁਖ ਰੂਪ ਪਰਮੇਸ਼ਰ ਹਰ ਜਨਾਂ ਦੀ ਸੰਗਤ ਕਰਨ ਨਾਲ ਕਿਤਨੇ ਹੀ ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦਾ ਇਹ ਗੁਰਸ਼ਬਦ ਨਾਮ ਹੀ ਪਾਰਜਤ ਬ੍ਰਿਛ ਹੈ ਜੀ, ਆਸਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ,
ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੇ ਗੁਣ ਗਾਉਣੇ ਹੀ ਸਵਰਗ ਸਥਿਤ ਕਾਮਧੇਨ ਗਊ ਹੈ ਜੀ। ਅਤੇ ਪਰਮੇਸ਼ਰ ਦੀ ਹਰ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਗੁਰਸ਼ਬਦ ਨਾਮ ਨੂੰ ਸੁਣਨ ਨਾਲ ਦਰਦ ਅਤੇ ਦੁੱਖ ਲੱਥ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਜੀ। ਜੋ ਗੁਰਮੁਖ ਲੋਕ ਹਨ, ਸੰਤਾਂ ਦੇ ਪ੍ਰਤਾਪ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਤ ਗੁਰਮੁਖ ਰੂਹ, ਸੰਤ ਗੁਰਸ਼ਬਦ ਗੁਰਬਾਣੀ ਨਾਮ ਅਤੇ ਉਹਨਾਂ ਦੀ ਸੰਗਤ ਵੱਡਿਆਂ ਬੜੇ ਭਾਗਾਂ ਨਾਲ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਸੰਤਾਂ ਦੀ ਸੇਵਾ ਗੁਰਸ਼ਬਦ ਨਾਮ ਦੀ ਆਰਾਧਨਾ ਨਾਲ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਦੇ ਬਰਾਬਰ ਹੋਰ ਕੁਝ ਨਹੀਂ ਹੈ ਜੀ। ਇਹ ਸਭ ਤੋਂ ਉੱਚੀ ਦਾਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲੇ ਗੁਰਮੁਖ ਸਾਧਕ ਹੀ ਗੁਰਸ਼ਬਦ ਨਾਮ ਦੀ ਪ੍ਰਾਪਤੀ ਕਰ ਸਕਦੇ ਹਨ ਜੀ। ਇਸ ਅਸਤਰੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸਤਰੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਸ਼ਬਦ ਨਾਮ ਦੀ ਮਹਿਮਾ ਕਿਸ ਤਰ੍ਹਾਂ ਗਾਈ ਜਾਂਦੀ ਹੈ ਜੀ। ਗੁਰਸ਼ਬਦ ਨਾਮ ਮਨੁੱਖ ਨੂੰ ਸੰਕਟ ਵੇਲੇ ਸਦਾ ਸਹਾਈ ਰਹਿੰਦਾ ਹੈ ਜੀ। ਦੁੱਖਾਂ ਤਕਲੀਫਾਂ ਦਾ ਨਾਸ਼ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿੱਥੇ ਕੋਈ ਆਪਣਾ ਸਾਕ ਸੰਬੰਧੀ ਅੰਤ ਵੇਲੇ ਨਹੀਂ ਨਾਲ ਚੱਲਣਾ ਜੀ, ਉੱਥੇ ਗੁਰਸ਼ਬਦ ਨਾਮ ਹੀ ਤੁਹਾਡੇ ਨਾਲ ਜਾਣਾ ਹੈ ਜੀ। ਗੁਰਸ਼ਬਦ ਨਾਮ ਹੀ ਨੇ ਹੀ ਸਹਾਈ ਹੋਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਦੀ ਹੀ ਸ਼ਕਤੀਸ਼ਾਲੀ ਸਹਾਇਕ ਹੋ ਕੇ ਨਿਬੜਦਾ ਹੈ, ਜਿੱਥੇ ਕੁਛ ਕੰਮ ਨਾ ਆਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਦਾ ਸਿਮਰਨ ਕਰਨ ਨਾਲ ਜਮ ਦਾ ਭੈ ਡਰ ਖਤਮ ਹੋ ਜਾਂਦਾ ਹੈ ਜੀ। ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਜੀ ਅਤੇ ਇਹ ਪਾਪਾਂ ਨੂੰ ਨਸ਼ਟ ਕਰਦਾ ਹੈ ਜੀ। ਇਸ ਦੀ ਸਰਪ੍ਰਸਤੀ ਹਮੇਸ਼ਾ ਗੁਰਮੁਖ ਜੀਵ ਹੀ ਮਾਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਸਿਮਰਨ ਗੁਰਮੁਖ ਭਗਤ ਲੋਕਾਂ ਦੀ ਨਿੱਤ ਦੀ ਭਗਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਵਿੱਚ ਕੋਈ ਵੀ ਚੀਜ਼ ਗੁਰਸ਼ਬਦ ਨਾਮ ਦੇ ਬਰਾਬਰ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰਾਪਤੀ ਗੁਰੂ ਦੀ ਮਿਹਰ ਤੇ ਕਿਰਪਾ ਨਾਲ ਹੀ ਹੋ ਸਕਦੀ ਹੈ ਜੀ। ਜਿਸ ਤਰ੍ਹਾਂ ਇਸ ਅਸਤਰੀ ਦੀ ਇਹਨਾਂ ਲਾਈਨਾਂ 'ਚ ਗੁਰੂ ਜੀ ਦੱਸਦੇ ਹਨ ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਪਾਵੇ ਜਨ ਕੋਏ। ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਪਾਵੇ ਜਨ ਕੋਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।